ਪੁਕਾਰ ਟੀਵੀ ਦੇ ਦਰਸ਼ਕੋ, ਮੈਂ ਰਿਸ਼ਪਾਲ ਸਿੰਘ ਤੇ ਪੁਕਾਰ ਟੀਵੀ ਨਾਲ ਜੁੜਨ ਨੇ ਸਰਦਾਰ ਅਜੇਪਾਲ ਸਿੰਘ ਜੀ ਬਰਾੜ। ਸਰਦਾਰ ਅਜੇਪਾਲ ਸਿੰਘ ਜੀ ਬਰਾੜ ਜੀਓਪੋਲਿਟਿਕਸ ਦੇ ਐਕਸਪਰਟ ਨੇ। ਅਕਸਰ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਦੇ ਨੇ। ਉਚੇਚੇ ਤੌਰ ਤੇ ਇਹਨਾਂ ਨੇ ਤੇ ਇਹਨਾਂ ਦੇ ਸਤਿਕਾਰਯੋਗ ਭੈਣ ਜੀ ਨੇ ਇੱਕ ਅੰਗਰੇਜ਼ੀ ਵਿੱਚ ਪੁਸਤਕ ਵੀ ਲਿਖੀ ਹੈ, ਵੈਨ ਅਬਦਾਲੀਜ਼ ਫਰੈਂਕਨ ਟਰੈਂਬਲ, ਤੇ ਉਹ ਵੀ ਬੱਚਿਆਂ ਲਈ ਬੜੀ ਲਾਹੇਵੰਦ ਪੁਸਤਕ ਹੈ। ਸਕੂਲਾਂ ਵਿੱਚ ਬੱਚੇ ਜਿਹੜੇ ਨੇ ਜਾਂ ਵਿਦੇਸ਼ਾਂ ਵਿੱਚ ਬੱਚੇ ਨੇ ਉਹਦਾ ਲਾਹਾ ਲੈਂਦੇ ਨੇ। ਸੋ ਸਰਦਾਰ ਅਜੇਪਾਲ ਸਿੰਘ ਬਰਾੜ ਜੀ, ਪੁਕਾਰ ਟੀਵੀ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ, ਤੁਹਾਡਾ ਨਿੱਘਾ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਕਾਰ ਟੀਵੀ ਦੇ ਦਰਸ਼ਕੋ, ਸਾਡਾ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਜਿਹੜੇ ਸਾਡੇ ਭਾਰਤ ਦੇਸ਼ ਦੇ ਅੰਦਰ ਵੱਖ-ਵੱਖ ਰਾਜਾਂ ਵਿੱਚ BSF ਨੂੰ ਵੱਧ ਅਧਿਕਾਰ ਦਿੱਤੇ ਨੇ, ਵੱਧ ਅਖਤਿਆਰ ਦਿੱਤੇ ਨੇ, ਤੇ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਸਟੇਟਾਂ ਨੂੰ ਜਿਹੜਾ ਫੌਜੀਕਰਨ ਵੱਲ ਜਾਂ ਅਰਧ ਫੌਜੀਕਰਨ ਵੱਲ ਧੱਕਿਆ ਜਾ ਰਿਹਾ। ਸੋ ਭਾਰਤ ਸਰਕਾਰ ਵੱਲੋਂ ਜਿਹੜਾ 11 ਅਕਤੂਬਰ 2021 ਨੂੰ ਨੋਟੀਫਿਕੇਸ਼ਨ ਕੀਤਾ ਗਿਆ, ਉਸ ਦੇ ਸੰਬੰਧ ਵਿੱਚ ਅਸੀਂ ਸਰਦਾਰ ਅਜੇਪਾਲ ਸਿੰਘ ਬਰਾੜ ਜੀ ਕੋਲੋਂ ਇਹ ਸਾਰੀ ਜਿਹੜੀ ਹੈ ਸਥਿਤੀ ਹੈ ਉਹਨੂੰ ਸਮਝਣ ਦਾ ਯਤਨ ਕਰਾਂਗੇ। ਸਰਦਾਰ ਅਜੇਪਾਲ ਸਿੰਘ ਜੀ, ਪੰਜਾਬ ਸਮੇਤ ਮੁਲਕ ਦੇ 10 ਸੂਬਿਆਂ ਵਿੱਚ ਕੌਮਾਂਤਰੀ ਸਰਹੱਦਾਂ ਤੋਂ 50 ਕਿਲੋਮੀਟਰ ਅੰਦਰ ਛਾਪੇ ਮਾਰਨ, FI ਦਰਜ ਕਰਨ, ਗ੍ਰਿਫਤਾਰੀਆਂ ਅਧਿਕਾਰ ਦਿੱਤੇ ਨੇ, ਤੇ ਇਸ ਸੰਬੰਧ ਵਿੱਚ ਕਾਫੀ ਚਰਚਾ ਚੱਲ ਰਹੀ ਹੈ। ਇਹ ਚਰਚਾ ਇਸ ਵਾਰੀ ਨਹੀਂ ਚੱਲ ਰਹੀ, ਕਾਫੀ ਦਹਾਕਿਆਂ ਤੋਂ ਵਾਰ-ਵਾਰ ਚੱਲਦੀ ਹੈ ਜਦੋਂ ਵੀ ਇਸ ਤਰ੍ਹਾਂ ਦੇ ਅਧਿਕਾਰ ਦਿੱਤੇ ਜਾਂਦੇ ਨੇ। ਸੋ ਅਸੀਂ ਇਸ ਸਾਰੀ ਸਥਿਤੀ ਨੂੰ ਤੁਹਾਡੇ ਕੋਲੋਂ ਸਮਝਣਾ ਚਾਹੁੰਦੇ ਹਾਂ ਕਿ ਕੀ ਸਥਿਤੀ ਹੈ ਇਹ। ਜੀ, ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣਾ ਪਊਗਾ ਜੀ ਇਹ ਕਾਨੂੰਨ ਹੈ ਕੀ, ਜਿਸ ਤਹਿਤ ਇਹ ਲਾਗੂ ਹੋਇਆ ਤੇ ਇਹ ਨੋਟੀਫਿਕੇਸ਼ਨ ਹੁਣ ਪਿੱਛੇ ਜਾਰੀ ਹੋਈ ਹੈ ਤੇ ਕਿਸ ਕਾਨੂੰਨ ਤਹਿਤ ਜਾਰੀ ਹੋਈ ਹੈ। 1965 ਤੋਂ ਪਹਿਲਾਂ ਜਿੰਨੇ ਵੀ ਸਟੇਟ ਰਾਜ ਆਪਣਾ ਸੂਬੇ ਸੀਗੇ, ਸਰਹੱਦੀ ਸੂਬੇ, ਉੱਥੇ ਦੀ ਜਿਹੜੀ ਸਰਹੱਦ ਸੀ ਉਹਦੇ ਉੱਤੇ ਜਿਹੜੀ ਰਾਖੀ ਕਹਿ ਲਓ ਜਾਂ ਇਹ ਕਹਿ ਲਓ ਜਾਂ ਸਰਹੱਦ ਦੇ ਕ੍ਰੋਸ ਜੇ ਕੁਛ ਹੁੰਦਾ ਸੀ ਤਾਂ ਉਹਨੂੰ ਜੇ ਦੇਖਿਆ ਜਾਂਦਾ ਸੀ, ਆਪਣਾ ਉੱਥੋਂ ਦੀ ਜਿਹੜੀ ਆਰਮਡ ਪੁਲਿਸ ਸੀਗੀ, ਜਿਵੇਂ ਪੰਜਾਬ ਦੇ ਵਿੱਚ ਪੰਜਾਬ ਆਰਮਡ ਪੁਲਿਸ ਸੀ, ਉਹ ਦੇਖਦੀ ਸੀ, ਗੁਜਰਾਤ ਦੇ ਵਿੱਚ ਗੁਜਰਾਤ ਦੀ ਦੇਖਦੀ ਸੀ, ਤੇ ਇਹ ਸੀਗਾ ਜੀ ਹਿਸਾਬ ਕਿਤਾਬ। ਹੁਣ ਉਦੋਂ ਬਾਅਦ 65 ਦੀ ਜੰਗ ਤੇ ਵੇਖਣ ਚ ਆਇਆ ਕਿ ਕਈ ਥਾਂ ਗੁਜਰਾਤ ਦੇ ਵਿੱਚ ਕਮੀਆਂ ਰਹੀਆਂ ਇਸ ਮਸਲੇ ਦੇ ਵਿੱਚ ਜੀ, ਤਾਂ ਉਹ ਚੀਜ਼ ਨੂੰ ਕਵਰ ਕਰਨ ਲਈ ਜਾਂ ਕਹਿ ਲਓ ਕਿ ਵੀ ਉਸ ਚੀਜ਼ ਦਾ ਫਿਰ ਇੱਕ ਪਲਾਨ ਬਣੀ ਕਿ ਵੀ ਇਹਨੂੰ ਕਿਵੇਂ ਹੈਂਡਲ ਕੀਤਾ ਜਾਵੇ। ਇਹਦੇ ਵਿੱਚ ਪੰਜਾਬ ਦੇ ਬਾਰਡਰ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਆਈ ਸੀ, ਕੋਈ ਦਿੱਕਤ ਨਹੀਂ ਆਈ ਸੀ। ਉਹਦਾ ਜਿਹੜਾ ਨਿਸ਼ਕਰਸ਼ ਇਹ ਕੱਢਿਆ ਗਿਆ ਕਿ ਬਾਰਡਰ ਏਰੀਆ ਜਿਹੜੇ ਹੈਗੇ ਆ ਬਹੁਤ ਸਕੇਰਸਲੀ ਪੋਪੂਲੇਟਡ ਹੁੰਦੇ ਆ, ਜਿਵੇਂ ਗੁਜਰਾਤ ਦਾ ਏਰੀਆ, ਭੁੱਜ ਦਾ ਇਲਾਕਾ ਜਿਹੜਾ ਹੈ ਨਾ, ਉਹ ਸੌਰੀ ਜਿਹੜਾ ਆਪਣਾ ਸੇਂਟ ਕ੍ਰੀਕਸ ਦਾ ਇਲਾਕਾ ਹੈ, ਜਾਂ ਉਦੋਂ ਬਾਅਦ ਅੱਗੇ ਜਿਹੜਾ ਇਲਾਕਾ ਆ ਜਾਂਦਾ ਆਪਣਾ ਰਾਜਸਥਾਨ ਦਾ ਡੈਜ਼ਰਟ ਆ ਜਾਂਦਾ ਜਾਂ ਟਿੱਬੇ ਆ ਜਾਂਦੇ ਆ, ਹਨਾ। ਤੇ ਇਹ ਨਾ ਬਹੁਤ ਇੱਥੇ ਆਬਾਦੀ ਬਹੁਤ ਘੱਟ ਆ, ਤੇ ਇਸ ਕਰਕੇ ਸੂਬਾ ਸਰਕਾਰ ਜਿਹੜੀ ਆ ਉਹ ਪੁਲਿਸ ਦੇ ਇੱਥੇ ਰਿਸੋਰਸਿਸ ਨਹੀਂ ਲਾਉਂਦੀ, ਤਾਂ ਉਹਦੇ ਕਰਕੇ ਫਿਰ ਇੱਕ ਕਾਨੂੰਨ ਲਿਆਂਦਾ ਗਿਆ 1968 ਦੇ ਵਿੱਚ, ਜਦੋਂ BSF ਦਾ ਗਠਨ ਹੋਣ ਤੋਂ 2-3 ਸਾਲ ਬਾਅਦ, ਕਿ ਇਹਨਾਂ ਇਲਾਕਿਆਂ ਦੇ ਵਿੱਚ BSF ਤੈਨਾਤ ਕੀਤੀ ਜਾਊਗੀ। ਤਾਂ ਉਹਦਾ ਮੁੱਖ ਇਹ ਸੀਗਾ ਕਿ ਜਿੱਥੇ ਤੈਨਾਤ ਕਰਨੀ ਉੱਥੇ ਸੰਘਣੀ ਆਬਾਦੀ ਹੈ ਨਹੀਂ, ਜੇ ਤਾਂ ਜ਼ਿਆਦਾ ਸਟ੍ਰੈਚ ਚ ਤੈਨਾਤ ਕਰਨੀ ਹੁੰਦੀ। ਇਹ ਅਨਸੈਡ ਸੀਗਾ, ਮਤਲਬ ਇਹ ਕਾਨੂੰਨ ਦੇ ਵਿੱਚ ਨਹੀਂ ਸੀ। ਇਹ ਕਾਨੂੰਨ ਨੇ ਤਾਂ ਸਿੰਪਲ ਕਹਿਤਾ ਵੀ ਐਡਜੋਇਨਿੰਗ ਏਰੀਆ, ਨਾਲ ਲੱਗਦੇ ਇਲਾਕੇ, ਨਾਲ ਲੱਗਦੇ ਇਲਾਕੇ। ਉਹਨੇ ਇਹ ਨਹੀਂ ਕਿਹਾ ਵੀ ਨਾਲ ਲੱਗਦੇ ਕਿੰਨੀ ਚੌੜਾਈ ਦਾ ਇਲਾਕਾ ਹੋਊਗਾ। ਸੋ ਉਸ ਤਹਿਤ ਹੈਗਾ ਰਾਜਸਥਾਨ ਦੇ ਵਿੱਚ 50 ਕਿਲੋਮੀਟਰ ਸੀ, ਪਹਿਲਾਂ ਗੁਜਰਾਤ ਚ ਵੀ 50 ਕਿਲੋਮੀਟਰ ਸੀ, ਪਰ ਕਾਂਗਰਸ ਸਰਕਾਰ ਨੇ ਮੋਦੀ ਰਾਜ ਵੇਲੇ ਉਹਨੂੰ 80 ਕਿਲੋਮੀਟਰ ਕਰਤਾ ਉੱਥੇ, ਤੇ ਪੰਜਾਬ ਦੇ ਵਿੱਚ 15 ਕਿਲੋਮੀਟਰ ਸੀ, ਜਿੱਥੇ BSF ਪਾਸਪੋਰਟ ਐਕਟ ਦੇ ਤਹਿਤ, ਤਾਂ ਕਿ ਕੋਈ ਬੰਦਾ ਬਾਹਰਲਾ ਜੇ ਉੱਥੇ ਆਉਂਦਾ ਹੈ ਜਾਂ ਕੋਈ ਆਉਂਦਾ ਤਾਂ ਉਹਨੂੰ ਕਰ ਸਕੇ। ਫਿਰ ਹੌਲੀ ਹੌਲੀ ਉਹਦੇ ਵਿੱਚ ਡਰੱਗਸ ਤੇ ਆਰਮਸ ਐਕਟ ਵੀ ਦੀ ਤਾਕਤਾਂ ਵੀ BSF ਨੂੰ ਦੇ ਦਿੱਤੀਆਂ ਜਾਂਦੀਆਂ। ਇਹ ਮੱਧ 139 ਸੈਕਸ਼ਨ ਹੈਗਾ BSF ਐਕਟ ਦਾ, ਜਿਹਦੇ ਤਹਿਤ ਇਹ ਦਿੱਤੀਆਂ ਜਾਂਦੀਆਂ। ਹੁਣ ਇਹ ਨੋਟੀਫਿਕੇਸ਼ਨ ਦੇ ਤਹਿਤ ਉਹਨਾਂ ਨੇ ਇਹ ਐਕਸਕਿਊਜ਼ ਲਿਆ ਕਿ ਅਸੀਂ ਗੁਜਰਾਤ ਤੋਂ ਲੈ ਕੇ ਹਰ ਜਗ੍ਹਾ ਤੱਕ ਅਸੀਂ ਇਹ ਚੀਜ਼ ਆਪਣਾ ਸਾਰਾ ਜਿਹੜਾ ਹੈਗਾ 50 ਕਿਲੋਮੀਟਰ ਤੱਕ ਇਹਨੂੰ ਆਪਣਾ ਕਰ ਰਹੇ ਹਾਂ ਜੀ, ਲਾਗੂ ਕਰ ਰਹੇ ਹਾਂ ਸਾਰੇ ਗੁਜਰਾਤ ਤੋਂ ਲੈ ਕੇ ਹਰ ਜਗ੍ਹਾ। ਤੇ ਕੁਝ ਸਟੇਟਸ ਆ ਜਿਨ੍ਹਾਂ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਹੈ, ਜਿਵੇਂ ਮੇਘਾਲਿਆ ਤੇ ਉਧਰਲੀ ਈਸਟਰਨ ਸਟੇਟਸ ਆ, ਅਸਾਮ, ਬੰਗਾਲ ਤੇ ਪੰਜਾਬ ਦੇ ਵਿੱਚ ਪਹਿਲਾਂ ਇਹ ਇਲਾਕੇ ਘੱਟ ਸੀ, ਹੁਣ ਇਹ ਉੱਥੇ ਵੀ 50 ਕਿਲੋਮੀਟਰ ਕਰ ਦਿੱਤਾ ਜੀ। ਜੀ ਸਰਦਾਰ ਸਾਹਿਬ, ਇਹ
ਕਾਰਨ ਕੀ ਹੈ ਕਿ ਇਹ ਕੇਂਦਰ ਸਰਕਾਰ ਕੇਂਦਰੀਕਰਨ ਕਰਨ ਬਾਅਦ ਵੱਧ ਰਹੀ ਹੈ, ਜਾਂ ਕੋਈ ਇਹਦਾ ਕੋਈ ਹੋਰ ਲੌਜਿਕ ਹੈ? ਲਾਰਜਲੀ ਜੀ ਜਦੋਂ ਇਹ ਜੇ ਕਦਮ ਚੱਕੇ ਜਾਂਦੇ ਆ, ਉਹਨਾਂ ਦਾ ਵੇਰਵਾ ਤਾਂ ਨੈਸ਼ਨਲ ਸਿਕਿਉਰਿਟੀ ਦੇ ਐਂਗਲ ਤੋਂ ਦਿੱਤਾ ਜਾਂਦਾ ਹੈ ਕਿ ਜੀ ਬਾਹਰੋਂ ਕੁਝ ਆ ਰਿਹਾ ਹੈ ਜਾਂ ਬਾਹਰੋਂ ਪ੍ਰੋਬਲਮਸ ਆ ਰਹੀਆਂ ਜਾਂ ਇਹ, ਪਰ ਇਹਦੇ ਜਿਹੜੇ ਕਾਰਨ ਹੁੰਦੇ ਆ ਮੋਟੇ ਤੌਰ ਤੇ, ਔਰ ਜਿਹੜੀ ਸੱਤਾ ਦੇ ਵਿੱਚ ਤਾਕਤ ਵਾਲੀ ਪਾਰਟੀ ਹੁੰਦੀ ਆ, ਉਹ ਆਪਦੇ ਪੋਲੀਟੀਕਲ ਆਬਜੈਕਟਿਵਸ ਵਾਸਤੇ ਵਰਤਦੀ ਆ। ਹੁਣ ਦੋ ਸਟੇਟਾਂ ਤੁਸੀਂ ਵੇਖੋ ਪਿਛਲੇ ਸਮੇਂ ਦੇ ਵਿੱਚ, ਪੰਜਾਬ ਤੇ ਬੰਗਾਲ, ਇਹ ਦੋ ਜਿਹੜੀਆਂ ਹੈਗੀਆਂ ਸਟੇਟਾਂ, ਇਹ ਜਿਹੜੀ ਹਿੰਦੂਤਵੀ ਜਿਹੜੀ ਰਾਜਨੀਤੀ ਚੱਲ ਰਹੀ ਆ ਕੇਂਦਰ ਸਰਕਾਰ ਦੀ, ਉਹਦੇ ਕਾਬੂ 'ਚ ਨਹੀਂ ਆ ਰਹੀਆਂ। ਇਹ ਹਮੇਸ਼ਾ ਸੰਘੀ ਢਾਂਚੇ ਦੀ ਮੰਗ ਕਰ ਰਹੀਆਂ, ਇੱਥੋਂ ਦੇ ਲੋਕ ਉਵੇਂ ਮੰਗ ਕਰਦੇ ਆ। ਸੋ ਇਹਨਾਂ ਦੇ ਵਿੱਚ ਇੱਕ ਸਟੇਟ ਵਿਦਨ ਸਟੇਟ ਕ੍ਰੀਏਟ ਕਰਨ ਵਾਲੀ ਗੱਲ ਆ। ਜੇ ਆਪਾਂ ਇਹਨੂੰ ਵੇਖੀਏ ਤਾਂ ਸੰਘੀ ਢਾਂਚੇ ਦੇ ਉੱਤੇ ਬਹੁਤ ਵੱਡਾ ਹਮਲਾ ਹੈ। ਵੈਸੇ ਤਾਂ ਹਮਲਾ ਪਹਿਲਾਂ ਵੀ ਹੋਇਆ ਹੋਇਆ, NDS ਜਿਹੜੀ ਨੈਸ਼ਨਲ ਆਪਣਾ ਆਰਮਸ ਐਕਟ ਹੈਗਾ, ਜਾਂ ਜਿਹਦੇ ਚ NIA ਕਿਤੇ ਵੀ ਕਰ ਸਕਦੀ ਆ, ਆਪਣਾ ਚੈੱਕ ਕਰ ਸਕਦੀ ਆ, ਫਿਰ ਆਪਣਾ ਡਰੱਗਸ ਦਾ ਐਕਟ ਹੈਗਾ, ਕਸਟਮਸ ਦਾ ਐਕਟ ਹੈਗੇ ਆ, ਪਰ ਉਹ ਸਾਰਿਆਂ ਦੇ ਬਾਵਜੂਦ ਨਾਲ ਉਹਨੂੰ ਇੱਕ ਗਰਾਊਂਡ ਫੋਰਸ ਦੇਤੀ ਉਹਨਾਂ ਨੇ ਕਿ 50 ਕਿਲੋਮੀਟਰ ਨਾਲ ਤਕਰੀਬਨ 600 ਕਿਲੋਮੀਟਰ ਬਾਏ 50 ਕਿਲੋਮੀਟਰ ਦਾ ਪੰਜਾਬ ਵੱਧ ਤੋਂ ਵੱਧ ਕਵਰ ਹੋ ਜਾਂਦਾ ਹੈ। ਤਾਂ ਉਹਦੇ ਵਿੱਚ ਉਹਨਾਂ ਨੇ ਤਾਕਤ ਦੇਤੀ BSF ਨੂੰ ਕਿ ਵੀ ਉਹ ਕਿਸੇ ਤਰੀਕੇ ਦੀ ਵੀ ਹਸਤਾਖੇਪ ਕਰ ਸਕਦੀ ਹੈ, ਕਿਸੇ ਤਰੀਕੇ ਦਾ ਵੀ ਵਿੱਚ ਆਪਣਾ ਵਿੱਚ ਉਹਦੇ ਕਰ ਸਕਦੀ ਹੈ, ਆਪਦਾ ਕੋਈ ਨਾ ਕੋਈ ਐਕਸ਼ਨ ਲੈ ਸਕਦੀ ਹੈ। ਸੋ ਇਹਨਾਂ ਗੱਲਾਂ ਨਾਲ ਕੀ ਹੈ ਕਿ ਬਈ ਡਾਇਰੈਕਟ ਜਿਹੜੀ ਹੋਮ ਮਿਨਿਸਟਰੀ ਜਿਹੜੀ ਹੈਗੀ ਆ, ਭਾਰਤ ਦੀ ਹੋਮ ਮਿਨਿਸਟਰੀ ਆ, ਉਹਦਾ ਡਾਇਰੈਕਟ ਇੰਟਰਫੇਰੈਂਸ ਤੁਹਾਡੀ ਪੁਲਿਸ ਫੰਕਸ਼ਨਿੰਗ 'ਚ ਹੋ ਜਾਂਦਾ ਹੈ। ਇਹ ਗੱਲ ਇੱਕ ਹੋਰ ਵੇਖਣ ਨੂੰ ਆਈ ਹੈ ਕਿ ਜੀ ਜਿਹੜਾ ਵੀ ਪੰਜਾਬ ਦੇ ਵਿੱਚ, ਜਦੋਂ ਪੰਜਾਬ ਕੋਈ ਮੰਗਦਾ ਹੈ, ਜੇ ਮੱਧ ਪ੍ਰਦੇਸ਼ ਮੰਗੇ, ਕੋਈ ਹੋਰ ਵਿੱਚ ਉੱਤਰ ਪ੍ਰਦੇਸ਼ 'ਚ ਕੋਈ ਮੰਗ ਉੱਠੇ, ਉਹਨੂੰ ਨੈਸ਼ਨਲ ਸਿਕਿਉਰਿਟੀ ਨਾਲ ਨਹੀਂ ਜੋੜਦੇ। ਆਪਣੇ ਇੱਥੇ ਕੀ ਕਰਦੇ ਆ, ਕਿਸਾਨੀ ਮੋਰਚਾ ਲੱਗਿਆ, ਇਹ ਕਿਸਾਨੀ ਸੰਘਰਸ਼ ਆ, ਕਿਸਾਨਾਂ ਨੇ ਆਪਦੀ ਜ਼ਰੂਰਤਾਂ ਆਪਦੇ ਆਏ ਕਾਨੂੰਨਾਂ ਦੇ ਵਿਰੋਧ 'ਚ ਸੰਘਰਸ਼ ਕਰ ਰਹੇ ਆ, ਪਰ ਸਰਕਾਰ ਜਿਹੜੀ ਕੇਂਦਰ 'ਚ ਬੈਠੀ ਹੁੰਦੀ ਹੈ, ਇਮੀਡੀਏਟਲੀ ਉਹਨੂੰ ਨੈਸ਼ਨਲ ਸਿਕਿਉਰਿਟੀ ਨਾਲ ਜੋੜ ਦਿੰਦੀ ਆ। ਉਹ ਇੱਕ ਐਕਸਕਿਊਜ਼ ਬਣਾ ਲੈਂਦੀ ਆ ਕਿ ਵੀ ਇਹ ਤਾਂ ਜੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ। ਪੰਜਾਬ ਦੇ ਵਿੱਚ ਜਦੋਂ ਵੀ ਪੰਜਾਬ ਨੇ ਆਪਦੀ ਮੰਗਾਂ ਮੰਗੀਆਂ, ਪੰਜਾਬ ਨੇ ਆਪਦੇ ਹੱਕ ਮੰਗੇ, ਤਾਂ ਉਹਨੂੰ ਇੱਕ ਨੈਸ਼ਨਲ ਸਿਕਿਉਰਿਟੀ ਰਾਸ਼ਟਰਵਾਦ ਦੇ ਚੀਜ਼ ਨਾਲ ਜੋੜ ਕੇ ਉਹਦੇ ਉੱਤੇ ਇੱਕ ਅਟੈਕ ਕੀਤਾ ਗਿਆ ਜਾਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਇਹ ਜਿਹੜਾ ਹੁਣ ਹੋਇਆ, ਇਹਦੇ ਦੋ ਮੋਟੇ ਕਾਰਨ ਆ। ਇੱਕ ਤਾਂ ਵੱਡਾ ਕਾਰਨ ਤਾਂ ਇਹ ਹੈ ਕਿ ਕੇਂਦਰੀਕਰਨ ਦੀ ਨੀਤੀ ਤਾਂ ਜੋ ਹੈ ਹੀ ਹੈ ਕਿ ਵੀ ਸਰਕਾਰਾਂ ਕੋਲੇ, ਭਾਰਤ ਸਰਕਾਰ ਨੇ ਤਕਰੀਬਨ ਸਾਰੇ ਹੀ ਚੀਜ਼ ਅਖਤਿਆਰ ਖੋਹ ਲਿਆ, ਵਿੱਚ ਟੈਕਸ ਵੀ ਖੋਹ ਲਿਆ ਸੀ, ਸਾਰਾ ਕੁਝ ਕਰ ਲਿਆ ਸੀ। ਹੁਣ ਲਾਸਟ ਜੇ ਤੁਹਾਡੇ ਕੋਲੇ ਰਹਿ ਜਾਂਦਾ, ਪੁਲਿਸ ਫੰਕਸ਼ਨ ਹੀ ਰਹਿ ਜਾਂਦਾ, ਇੱਕ ਜਿਹੜਾ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਸਟੇਟ ਸਬਜੈਕਟ ਹੈਗਾ, ਸਟੇਟ ਕੋਲੇ ਰਹਿ ਜਾਂਦਾ। ਉਹ ਵੀ ਪੰਜਾਬ ਅੱਧੇ ਤੋਂ ਸਮਝ ਲਓ ਇਹਨਾਂ ਨੇ ਖੋਹ ਲਿਆ ਜੀ। ਸੈਕਿੰਡ, ਇਹਦੇ ਪੋਲੀਟੀਕਲ ਆਬਜੈਕਟਿਵਸ ਆ, BJP ਦੇ ਪੈਰ ਨਹੀਂ ਲੱਗ ਪਾ ਰਹੇ ਪੰਜਾਬ ਦੇ ਵਿੱਚ, ਤਾਂ ਇਹ ਇੱਕ ਰਸਤਾ ਉਹਨਾਂ ਨੇ ਲੱਭਿਆ ਜਿਹਦੇ ਰਾਹੀਂ ਉਹ ਕੱਲ ਨੂੰ ਕੋਈ ਤੁਹਾਡੇ ਤੇ ਰਿਪਰੈਸ਼ਨ ਕਰ ਸਕਦੇ ਆ, ਤੁਹਾਡੇ ਤੇ ਦਬਾਅ ਪਾ ਸਕਦੇ। ਅਜੇਪਾਲ ਸਿੰਘ ਜੀ, ਇੱਕ ਗੱਲ ਪੜ੍ਹਨ ਸੁਣਨ ਵਿੱਚ ਆਉਂਦੀ ਹੈ ਕਿ ਸਨ 2011 ਦੇ ਵਿੱਚ ਕਾਂਗਰਸ ਸਰਕਾਰ ਨੇ BSF ਨੂੰ ਕੁਝ ਇਸੇ ਤਰ੍ਹਾਂ ਅਖਤਿਆਰ ਤੇ ਅਧਿਕਾਰ ਦੇਣ ਦਾ ਬਿੱਲ ਲਿਆਉਣ ਦਾ ਯਤਨ ਕੀਤਾ ਸੀ, ਤੇ ਉਸ ਮੌਕੇ ਤੇ ਭਾਜਪਾ ਨੇ ਤੇ ਤਤਕਾਲੀ ਜਿਹੜੀਆਂ ਵਿਰੋਧੀ ਧਿਰਾਂ ਸੀ, ਉਹਨਾਂ ਨੇ ਉਹਦਾ ਡਟ ਕੇ ਵਿਰੋਧ ਕੀਤਾ ਸੀ। ਫਿਰ 2012 ਦੇ ਵਿੱਚ ਉਹਨਾਂ ਨੇ ਕੁਝ ਅਧਿਕਾਰ ਦੇ ਦਿੱਤੇ BSF ਨੂੰ, ਤੇ ਉਸ ਵੇਲੇ ਮੁੱਖ ਮੰਤਰੀ ਸਨ ਗੁਜਰਾਤ ਦੇ ਨਰਿੰਦਰ ਮੋਦੀ ਜੀ, ਤਾਂ ਇਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਔਰ ਇਹਦਾ ਡਟ ਕੇ ਜਿਹੜਾ ਵਿਰੋਧ ਕੀਤਾ ਸੀ। ਜਿਹੜੀ ਤੁਸੀਂ ਗੱਲ ਦਾ ਹੁਣੇ ਜ਼ਿਕਰ ਕੀਤਾ ਹੈ ਕਿ ਸਟੇਟ ਵਿਦਨ ਸਟੇਟ, ਤੇ ਇਹੀ ਗੱਲ ਜਿਹੜੀ ਆ ਪ੍ਰਧਾਨ ਮੰਤਰੀ ਜਿਹੜੇ ਹੁਣ ਨਰਿੰਦਰ ਮੋਦੀ ਨੇ, ਉਦੋਂ ਮੁੱਖ ਮੰਤਰੀ ਹੁੰਦਿਆਂ ਲਿਖੀ ਸੀ ਕਿ ਇਹ ਸਟੇਟ ਵਿਦਨ ਸਟੇਟ ਹੈ, ਰਾਜ ਦੇ ਵਿੱਚ ਨਵਾਂ ਰਾਜ ਹੈ। ਤੇ ਹੁਣ ਉਹੀ ਪ੍ਰਧਾਨ ਮੰਤਰੀ ਜਿਹੜੇ ਨੇ ਫਿਰ BSF ਨੂੰ ਵੱਧ ਅਧਿਕਾਰ ਤੇ ਵੱਧ ਅਖਤਿਆਰ ਦੇ ਰਹੇ ਨੇ। ਇਹੀ ਗੱਲ ਹੈ ਨਾ ਜੀ, ਜਦੋਂ ਉਹੀ ਬੰਦਾ ਕੇਂਦਰ 'ਚ ਆ ਜਾਂਦਾ, ਜਦੋਂ ਉਹੀ ਤਾਕਤ ਕੇਂਦਰ 'ਚ ਆ ਜਾਂਦੀ ਹੈਗੀ ਆ, ਤਾਂ ਉਹ ਹੋਰ ਤਰ੍ਹਾਂ ਵਰਤਾਅ ਕਰਨ ਲੱਗ ਜਾਂਦੀ ਹੈ। ਹਾਲਾਂਕਿ ਜਦੋਂ ਗੁਜਰਾਤ ਦੇ ਵਿੱਚ 50 ਕਿਲੋਮੀਟਰ ਤੋਂ ਵਧਾ ਕੇ 80 ਕਿਲੋਮੀਟਰ ਕੀਤਾ ਗਿਆ ਸੀ, ਤਾਂ ਮੋਦੀ ਸਰਕਾਰ ਨੇ ਇਹ ਬਹੁਤ ਇਹਦਾ ਇਤਰਾਜ਼ ਉਠਾਇਆ ਸੀ। ਇਹਨਾਂ ਲਾਈਨਸ ਤੇ ਉਠਾਇਆ ਸੀਗਾ ਕਿ ਵੀ ਇਹ ਸਟੇਟ ਵਿਦਨ ਸਟੇਟ ਬਣਾਤੀ, ਤੁਸੀਂ ਸਾਡਾ ਹੱਕ ਖੋ ਰਹੇ ਹੋ, ਫਲਾਨਾ ਕਰ ਰਹੇ ਹੋ। ਪਰ ਉਹੀ BJP ਜਦੋਂ ਹੁਣ ਪੰਜਾਬ ਦੇ ਵਿੱਚ ਲਾਗੂ ਕਰ ਰਹੀ ਆ, ਤਾਂ ਉਹਨੂੰ ਕੋਈ ਇੱਥੋਂ ਤੱਕ ਕਿ ਉਹਨੇ ਐਕਸਪਲੇਨੇਸ਼ਨ ਦੇਣ ਦੀ ਵੀ ਜ਼ਹਿਮਤ ਨਹੀਂ ਚੱਕੀ ਕਿ ਵੀ ਇਹ ਵੀ ਨਹੀਂ ਕਿਹਾ ਕਿ ਕੀ ਕਰਾਂਗੇ। ਪਰ ਦੁੱਖ ਦੀ ਗੱਲ ਇਹ ਹੈਗੀ ਹੈ ਜੀ ਕਿ ਜਿਹੜੀਆਂ ਆਪਣੀਆਂ ਪੋਲੀਟੀਕਲ ਪਾਰਟੀਆਂ ਇੱਥੇ, ਕਿ ਵੀ ਦੇਖੋ ਕਾਂਗਰਸ ਨੇ ਉੱਥੇ ਕੀਤਾ, BJP ਨੇ ਇੱਥੇ ਕੀਤਾ, ਤਾਂ ਸਮਝ ਲਓ ਰਾਸ਼ਟਰੀ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਇਹ ਚੀਜ਼ਾਂ ਨੂੰ ਲਾਗੂ ਕਰਨਗੀਆਂ। ਆਪਣੇ ਜਿਹੜੇ ਪੋਲੀਟੀਕਲ ਪਾਰਟੀ ਵਾਲੇ ਆ, ਕੱਲ ਪਰਸੋਂ ਜਿਵੇਂ ਉਹਨਾਂ ਨੇ ਬੈਠਕ ਕੀਤੀ, ਉਹਨਾਂ ਨੇ
ਉਹਦਾ ਇਸ਼ੂ ਚੱਕਿਆ ਤਾਂ ਪੰਜਾਬ ਸਰਕਾਰ ਨੇ ਇਹਨੂੰ ਇੱਕ ਅਦਾਲਤੀ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਅਦਾਲਤ 'ਚ ਤਾਂ ਹੱਲ ਹੋ ਹੀ ਨਹੀਂ ਸਕਦਾ ਜੀ, ਕਿਉਂਕਿ ਇਹ ਕਾਨੂੰਨ ਆਲਰੇਡੀ ਬਣਿਆ ਹੋਇਆ, ਪਾਰਲੀਮੈਂਟ 'ਚ ਅਦਾਲਤਾਂ ਕਹੂਗੀ ਵੀ ਜੀ ਆਹ ਕਾਨੂੰਨ ਬਣੇ। ਅਦਾਲਤਾਂ ਕੀ ਹੈਗੀਆਂ? ਅਦਾਲਤਾਂ ਤਾਂ ਇੱਕ ਕਾਨੂੰਨ ਦੀ ਇੰਟਰਪ੍ਰੀਟੇਸ਼ਨ ਹੀ ਕਰਦੀਆਂ ਨਾ, ਤਾਂ ਅਦਾਲਤ ਦੇ ਹਿਸਾਬ ਨਾਲ ਤਾਂ ਇਹ ਕਾਨੂੰਨ ਸਹੀ ਠਹਿਰਾ ਦਿੱਤਾ ਜਾਊਗਾ। ਤੇ ਸਮਝ ਲਓ ਅਦਾਲਤ ਨੇ ਸਾਲ ਲਾਤਾ ਤਾਂ ਇਹ ਲਾਗੂ ਹੋ ਜਾਊਗਾ, ਜਾਂ ਤਾਂ ਅਦਾਲਤ ਤੋਂ ਕੋਈ ਸਟੇ ਲੈਣ ਕਿ ਵੀ ਇਹ ਲਾਗੂ ਨਹੀਂ ਹੋ ਸਕਦਾ, ਉਂਝ ਹੀ ਗੱਲ ਨਹੀਂ ਹੋਣੀ ਇੱਥੇ। ਤਾਂ ਇੱਕ ਤਾਂ ਇਹ ਪ੍ਰੋਬਲਮ ਹੈਗੀ ਆ। ਇਹ ਹੈਗਾ ਪੋਲੀਟੀਕਲ ਇਸ਼ੂ, ਇਹ ਰਾਜਨੀਤਿਕ ਇਸ਼ੂ ਆ। ਰਾਜਨੀਤਿਕ ਇਸ਼ੂ ਦੇ ਵਿੱਚ ਇਹ ਜਦੋਂ ਇਹ ਕਾਨੂੰਨ ਦੇ ਵਿੱਚ ਕੀ ਆ ਕਿ ਜਦੋਂ ਇਹ ਪਾਸ ਹੋ ਕੇ ਨੋਟੀਫਿਕੇਸ਼ਨ ਨੇ ਲੋਕ ਸਭਾ ਤੇ ਰਾਜ ਸਭਾ ਜਾਣਾ, ਲੋਕ ਸਭਾ 'ਚ ਕਿਉਂਕਿ ਬੀਜੇਪੀ ਦੇ ਪਹਿਲਾਂ ਹੀ ਬਹੁਮਤ ਆ ਤਾਂ ਉੱਥੇ ਤਾਂ ਇਹ ਬਿਲਕੁਲ ਪਾਸ ਹੋ ਜਾਊਗਾ। ਰਾਜ ਸਭਾ 'ਚ ਜਿਹੜਾ ਹੈਗਾ ਇਹਦਾ ਵਿਰੋਧ ਕੀਤਾ ਜਾ ਸਕਦਾ ਹੈ। ਇਹ ਨਹੀਂ ਕਿ ਰੁਕੂਗਾ ਫੇਰ ਵੀ ਨਹੀਂ, ਪਰ ਡੈਮੋਕ੍ਰੈਟਿਕ ਤਰੀਕੇ ਨਾਲ ਸਾਨੂੰ ਇਹ ਸਮਝ ਆ ਜਾਊਗੀ ਕਿ ਵੀ ਜੇ ਕਾਂਗਰਸ ਬਸਪਾ ਜਿਹੜੇ ਅੱਜ ਪੰਜਾਬ ਦੇ ਵਿੱਚ ਚੋਣਾਂ ਲੜਨ ਦੀ ਗੱਲ ਕਰਦੇ, ਕੀ ਉਹ ਵਿਰੋਧ ਕਰਦੇ ਇਹਦਾ ਕਿ ਨਹੀਂ ਕਰਦੇ, ਕਿ ਉਹ ਇੱਥੇ ਹੀ ਆਪਾਂ ਨੂੰ ਇੱਕ ਨਵੀਂ ਕਹਾਣੀ ਸੁਣਾ ਰਹੇ ਹੈਗੇ ਆ। ਸੋ ਇਹ ਗੱਲ ਆਪਣੇ ਬਿਲਕੁਲ ਸਾਹਮਣੇ ਆ ਜਾਊਗੀ ਕਿ ਕਿਹੜੇ ਇਹਨਾਂ ਚੋਂ ਸੱਚੇ ਤਰੀਕੇ ਨਾਲ। ਤੇ ਦੂਜੀ ਗੱਲ ਆ ਕਿ ਇਹ ਆਪਾਂ ਨੂੰ ਇਹ ਵੀ ਇਹਦੇ ਤੋਂ ਪਤਾ ਲੱਗਦਾ ਕਿ ਜਿਹੜਾ ਸੰਘੀ ਢਾਂਚਾ ਜਾਂ ਸਾਡੀਆਂ ਜਿਹੜੀਆਂ, ਦੇਖੋ ਹੁਣ 2-3 ਗੱਲਾਂ ਹੋ ਗਈਆਂ। GST ਲੱਗ ਗਿਆ, GST ਤੋਂ ਬਾਅਦ ਜਦੋਂ ਆਪਣੇ ਬਿੱਲ ਆਏ ਆਪਣਾ ਖੇਤੀਬਾੜੀ ਦੇ, ਇਹ ਵੀ ਸਟੇਟ ਸਬਜੈਕਟ ਸੀਗਾ, ਬਟ ਸਟੇਟ ਸਬਜੈਕਟ ਨੂੰ ਲੈ ਕੇ ਉਹਨਾਂ ਨੇ ਉਹ ਬਿੱਲ ਲਾ ਦਿੱਤਾ। ਕਿੱਡਾ ਵੱਡਾ ਸੰਘਰਸ਼ ਲੜਨਾ ਪਿਆ ਤੁਹਾਨੂੰ ਆਪਦੇ ਹੱਕਾਂ ਵਾਸਤੇ, ਹਲੇ ਵੀ ਪਤਾ ਨਹੀਂ ਕਿੱਧਰ ਜਾਂਦੀ ਆ ਗੱਲ। ਫਿਰ ਹੁਣ ਲਾਅ ਐਂਡ ਆਰਡਰ ਆ ਜਿਹੜਾ ਫਿਰ ਸਟੇਟ ਸਬਜੈਕਟ ਆ, ਫਿਰ ਉਹਨੇ ਕਿਸੇ ਤਰੀਕੇ ਨਾਲ ਖੋਲਿਆ। ਸੋ ਲਗਾਤਾਰ ਇਹਨੂੰ ਜੇ ਵੱਡੇ ਵਿਸਤਾਰ 'ਚ ਵੇਖੋ ਜਾਂ ਵੱਡੇ ਦਾਇਰੇ ਆਪਣਾ ਪਰਸਪੈਕਟਿਵ 'ਚ ਵੇਖੋਗੇ ਤਾਂ ਤੁਹਾਨੂੰ ਸਮਝ ਆਊਗੀ ਕਿ ਵੀ ਇੱਕ ਜਿਹੜਾ ਮੋਟੇ ਤੌਰ ਤੇ ਜਿਹੜੀਆਂ ਕੇਂਦਰ ਹੈਗਾ, ਚਾਹੇ ਉਹਦੇ ਵਿੱਚ ਬੀਜੇਪੀ ਆ ਜਾਏ, ਚਾਹੇ ਉਹਦੇ ਵਿੱਚ ਕੱਲ ਨੂੰ ਆਮ ਆਦਮੀ ਪਾਰਟੀ ਆ ਜਾਏ, ਚਾਹੇ ਕਾਂਗਰਸ ਆ ਜਾਏ, ਸਾਰੀਆਂ ਦੀ ਨੀਤੀ ਇਹ ਹੈ ਕਿ ਸਟੇਟਾਂ ਤੋਂ ਅਧਿਕਾਰ ਖੋਲੇ ਜਾਣ ਤੇ ਟੋਟਲ ਕੰਟਰੋਲ ਹੋ ਜਾਏ। ਬਿਲਕੁਲ ਠੀਕ ਹੈ ਜੀ। ਮੁਲਕ ਦਾ ਜਿਹੜਾ ਸੰਘੀ ਢਾਂਚਾ ਉਹਨੂੰ ਕਮਜ਼ੋਰ ਕਰਨ ਦੀ ਨੀਤੀ ਹੈ। ਜਿੰਨੇ ਸੱਤਾ ਦੀ ਧਿਰ ਵਾਲੇ ਅਦਾਰੇ ਨੇ ਉਹ ਕੰਟਰੋਲ ਕੀਤੇ ਜਾ ਰਹੇ ਨੇ, ਤੇ ਜਿਹੜੀਆਂ ਸੁਤੰਤਰ ਆਵਾਜ਼ਾਂ ਨੇ ਉਹਨਾਂ ਨੂੰ ਦਬਾਇਆ ਜਾ ਰਿਹਾ, ਲੋਕ ਵਿਰੋਧੀ ਫੈਸਲੇ ਹੋ ਰਹੇ ਨੇ। ਪਰ ਸਭ ਤੋਂ ਜਿਹੜੀ ਦੁਖਦਾਇਕ ਗੱਲ ਹੈ ਕਿ ਲੋਕ ਵਿਰੋਧੀ ਫੈਸਲੇ ਹੋ ਰਹੇ ਨੇ ਤੇ ਲੋਕ ਵਿਰੋਧੀ ਆਵਾਜ਼ਾਂ ਜਿਹੜੀਆਂ ਲੋਕਾਂ ਦੀਆਂ ਆਵਾਜ਼ਾਂ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ। ਤੇ ਤੁਸੀਂ ਇੱਕ ਬੜਾ ਅਹਿਮ ਨੁਕਤਾ ਹੁਣੇ ਛੋਹਿਆ ਜੀ। ਅੱਜ ਭਾਜਪਾ ਦਾ ਇਹੀ ਵਾਰ-ਵਾਰ ਕਹਿਣਾ ਹੈ ਕਿ ਜੇ ਤੁਹਾਨੂੰ ਪ੍ਰੋਬਲਮ ਹੈ ਤੇ ਤੁਸੀਂ ਫਿਰ ਸਰਬ ਪਾਰਟੀ ਮੀਟਿੰਗਾਂ ਕਿਉਂ ਬੁਲਾਉਂਦੇ ਹੋ, ਫਿਰ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਕਿਉਂ ਬੁਲਾਉਂਦੇ ਹੋ, ਤੁਸੀਂ ਸਿੱਧੇ ਸੁਪਰੀਮ ਕੋਰਟ 'ਚ ਜਾਓ। ਇਹਦੇ ਪਿੱਛੇ ਬੜੀ ਡੂੰਘੀ ਚਾਲ ਲੱਗ ਰਹੀ ਹੈ ਕਿ ਜਿਵੇਂ ਤੁਸੀਂ ਹੁਣ ਇਹ ਨੁਕਤਾ ਸਾਂਝਾ ਕੀਤਾ ਹੈ ਵੀ ਕੋਰਟ ਦੇ ਵਿੱਚ ਜਾ ਕੇ ਤਾਂ ਇਹ ਫਿਰ ਕੇਸ ਹਾਰਿਆ ਹੀ ਜਾ ਸਕਦਾ ਹੈ। ਹਾਂਜੀ, ਕੋਰਟ ਦੇ ਵਿੱਚ ਤਾਂ ਜੀ ਕੇਸ ਦਾ ਕੋਈ ਤੁੱਕ ਹੀ ਨਹੀਂ ਬਣਦਾ ਨਾ। ਕੋਰਟ ਦਾ ਕੰਮ ਕੀ ਹੁੰਦਾ? ਕੋਰਟ ਦਾ ਕੰਮ ਹੈ ਜੋ ਪਾਰਲੀਮੈਂਟ ਨੇ ਕਾਨੂੰਨ ਬਣਾਤਾ, ਉਸ ਕਾਨੂੰਨ ਦੇ ਤਹਿਤ ਉਸ ਚੀਜ਼ ਨੂੰ ਟ੍ਰਾਂਸਫਰ, ਉਹਨੂੰ ਇੰਟਰਪ੍ਰੈਟ ਕਰਨਾ ਹੈ। ਹੁਣ ਇਹਦੇ ਕੇਸ ਦੇ ਵਿੱਚ ਕੋਰਟ ਨੇ ਇੱਕ ਕੇਸ ਬਣਾਤਾ, ਕੋਰਟ ਇਹ ਬਣ ਗਿਆ ਹੈਗਾ, ਤੇ ਉਹ ਜੇ ਕੋਰਟ ਦੇ ਵਿੱਚ ਹੀ ਚਲੇ ਗਏ ਤੁਸੀਂ, ਪਹਿਲੀ ਗੱਲ ਤਾਂ ਇੱਕ ਠੰਡੇ ਬਸਤੇ ਪੈ ਜਾਊ। ਦੇਖੋ 370 ਖਤਮ ਹੋਈ ਆ, ਉਹਦੇ ਉਲਟ ਅਦਾਲਤ 'ਚ ਗਏ ਹੋਏ ਆ, ਪਤਾ ਨਹੀਂ ਕਿੰਨੀਆਂ ਰਿਟ ਪਟੀਸ਼ਨਾਂ ਪਈਆਂ, ਅੱਜ ਤੱਕ ਤਾਂ ਸੁਣਵਾਈ ਨਹੀਂ ਆਈ ਉਹਦੀ, 2 ਸਾਲ ਹੋ ਗਏ। ਇਹ ਵੀ ਇੱਕ ਪਿਆ ਰਹੂਗਾ ਉੱਥੇ। ਸੋ ਇਹਦਾ ਕੋਈ ਹੱਲ ਨਹੀਂਗਾ ਕੋਰਟ ਦੇ ਵਿੱਚ ਜਾਣ ਦਾ। ਤੇ ਸੈਕੰਡ, ਜੇ ਕੋਰਟ ਨੇ ਤੇ ਫੈਸਲਾ ਵੀ ਲਿਆ ਤਾਂ ਕੋਰਟ ਨੇ ਤਾਂ BSF ਐਕਟ ਨੂੰ ਆਪਦੇ ਸਾਹਮਣੇ ਰੱਖਣਾ। ਉਹਨੇ ਕਹਿਣਾ ਵੀ ਸਰਕਾਰ ਨੇ ਪ੍ਰੋਸੀਜਰ ਫੋਲੋ ਕੀਤਾ, ਹਾਂਜੀ ਕੀਤਾ ਤੇ ਲੱਗ ਗਿਆ, ਠੀਕ ਹੈ, ਉਹਦੇ 'ਚ ਕੋਈ ਡੈਫੀਨੇਸ਼ਨ ਹੈਗੀ ਆ। ਤੇ ਕੋਰਟ ਦੇ ਵਿੱਚ ਜਾ ਕੇ ਹੱਲ ਨਹੀਂ, ਇਹਦਾ ਪੋਲੀਟੀਕਲ ਹੱਲ ਹੈਗਾ। ਪੋਲੀਟੀਕਲ ਹੱਲ ਇਹਦਾ ਇਹ ਹੈਗਾ ਕਿ ਸਾਰੇ ਇਹ ਪਹਿਲਾਂ ਇਹਦਾ ਮਤਾ ਪਾਉਣ ਵਿਧਾਨ ਸਭਾ 'ਚ, ਸੈਕੰਡਲੀ ਇਹ ਦਬਾਅ ਪਾਇਆ ਜਾਵੇ, ਸਮਝਾਇਆ ਜਾਵੇ। ਦੂਜੀ ਗੱਲ ਹੈ ਕਿ ਜਦੋਂ ਇਹ ਲੋਕ ਸਭਾ ਤੋਂ ਰਾਜ ਸਭਾ ਦੇ ਵਿੱਚ ਆਵੇ ਤਾਂ ਜਿਹੜੀਆਂ ਪਾਰਟੀਆਂ ਇੱਥੇ ਸਾਨੂੰ ਪੰਜਾਬ ਦੇ ਵਿੱਚ, ਹੁਣ ਜਿਵੇਂ ਕਾਂਗਰਸ ਆ, ਤੇ ਆਪਾਂ ਵੇਖਾਂਗੇ ਵੀ ਕਿ ਉੱਥੋਂ ਬਾਕੀ ਭਾਰਤ ਦੀ ਜਿਹੜੀ ਕਾਂਗਰਸ ਆ ਉਹ ਇਹਦੇ ਉਲਟ ਵੋਟ ਕਰਦੀ ਹੈ ਕਿ ਨਹੀਂ ਕਰਦੀ। ਫਿਰ ਹੋਰ ਨਾਲ ਦੀਆਂ ਪਾਰਟੀਆਂ ਜਿਹੜੀਆਂ ਤੁਹਾਡੀਆਂ ਇਹਦੇ ਨਾਲ ਦੇ ਮਿਲ ਸਕਦੇ ਹੋ, ਜਿਵੇਂ ਤ੍ਰਿਣਮੂਲ ਕਾਂਗਰਸ ਤੁਹਾਡੇ ਨਾਲ ਸਾਥ ਦੇ ਸਕਦੀ ਆ, ਹੋਰ ਬੜੇ ਗਰੁੱਪਸ ਹੋਣਗੇ ਜਿਹੜੇ ਬੀਜੇਪੀ ਦੇ ਨਾਲ ਨਹੀਂ ਹੋਣਗੇ, ਉਹਨਾਂ ਵਿੱਚ ਲੌਬਿੰਗ ਕਰਨ ਜਾ ਕੇ ਤੇ ਕਹਿਣ ਕਿ ਹਾਂ ਵੀ ਸਾਡਾ ਹੱਕ 'ਚ ਖੜੋ। ਕਿਉਂਕਿ ਰਾਜ ਸਭਾ ਦੇ 245 ਮੈਂਬਰਾਂ ਚੋਂ ਬੀਜੇਪੀ ਕੋਲ ਤਾਂ 97 ਮੈਂਬਰ ਹੀ ਹੈਗੇ ਆ। ਬਾਕੀ ਲੋਕਾਂ ਨਾਲ ਤਾਂ ਗੱਲ ਕੀਤੀ ਜਾ ਸਕਦੀ ਹੈ ਨਾ ਕਿ ਵੀ ਹਾਂ ਵੀ ਇਹ ਸਾਡੇ ਨਾਲ ਧੱਕਾ ਹੋ ਰਿਹਾ, ਸੰਘੀ ਢਾਂਚੇ ਤੇ ਧੱਕਾ ਹੈ, ਇਹਦੇ ਉਲਟ ਆਵਾਜ਼ ਉਠਾਓ। ਸੋ ਇਹਦਾ ਤਰੀਕਾ ਇਹੀ ਸੀਗਾ ਜੀ, ਇਹੀ ਤਰੀਕਾ ਅਡਾਪਟ ਕਰਨਾ ਚਾਹੀਦਾ। ਆ ਕੋਰਟ ਵਾਲੀਆਂ ਗੱਲਾਂ ਤੋਂ ਪਾਸੇ ਰਹਿਣਾ ਚਾਹੀਦਾ, ਕਿਉਂਕਿ ਜਦੋਂ ਮੈਟਰ ਸਬਜੂਡਾਈਜ਼ ਹੋ ਗਿਆ ਤੁਹਾਡੇ ਪੋਲੀਟੀਕਲ ਆਪਸ਼ਨਸ ਵੀ ਬੰਦ ਹੋ ਜਾਣਗੇ। ਠੀਕ ਹੈ। ਅਜੇਪਾਲ ਸਿੰਘ ਜੀ, ਜਿਵੇਂ 2014 ਵਿੱਚ ਜਦੋਂ ਸਰਕਾਰ ਇਹਨਾਂ ਦੀ ਬਣਦੀ ਹੈ ਤੇ ਉਦੋਂ ਵੀ ਬੀਜੇਪੀ BSF ਨੂੰ ਵੱਧ ਅਧਿਕਾਰ ਦਿੰਦੀ ਹੈ, ਤੇ 5 ਜਿਹੜੇ ਉੱਤਰ ਪੂਰਬੀ ਰਾਜਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਮਨੀਪੁਰ, ਮਿਜ਼ੋਰਮ
ਨਾਗਾਲੈਂਡ ਤੇ ਲਦਾਖ, ਤ੍ਰਿਪੁਰਾ, ਮੇਘਾਲਿਆ ਤੇ ਕਸ਼ਮੀਰ, ਇਹਨਾਂ ਦੇ ਵਿੱਚ ਮਤਲਬ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਹਰ ਕਾਰਵਾਈ ਦੀ ਵੀ ਤੁਸੀਂ ਤੁਹਾਡੇ ਕੋਲ ਇਹ ਅਖਤਿਆਰ ਨੇ, ਤੁਹਾਡੇ ਕੋਲ ਅਧਿਕਾਰ ਨੇ, ਤੁਸੀਂ ਆਪਣੀ ਜਿਹੜੀ ਆ ਕਾਰਵਾਈ ਕੋਈ ਵੀ ਕਰ ਸਕਦੇ ਹੋ। ਇਹਨਾਂ ਰਾਜਾਂ ਨੇ ਵੀ ਕੋਈ ਵਿਰੋਧ ਕੀਤਾ ਜਾਂ ਕੋਈ ਇਹਨਾਂ ਨੇ ਕੀ ਥਿਊਰੀ ਜਿਹੜੀ ਹੈ ਅਡਾਪਟ ਕੀਤੀ? ਨਹੀਂ ਜੀ, ਇਹਨਾਂ ਦੇ ਦੇਖੋ ਕਸ਼ਮੀਰ ਦੇ ਵਿੱਚ ਤਾਂ ਲਗਾਤਾਰ ਉਹ ਵਿਰੋਧ ਕਰ ਰਹੇ ਆ। ਕਸ਼ਮੀਰ ਤਾਂ ਬਹੁਤ ਹੀ ਡਰੈਕੋਨੀਅਨ ਲਾਜ਼ ਹੈਗੇ ਆ, ਬਹੁਤ ਜ਼ਿਆਦਾ ਸਖਤ ਆ। ਆਰਮਡ ਫੋਰਸਿਸ ਸਪੈਸ਼ਲ ਪ੍ਰੋਵੀਜ਼ਨ ਐਕਟ ਵੀ ਲੱਗਿਆ ਹੋਇਆ। ਇਹ ਜਿਹੜੀਆਂ ਆਪਣਾ ਉੱਤਰ ਪੂਰਬੀ ਰਾਜ ਹੈਗੇ ਆ ਜਿਵੇਂ ਨਾਗਾਲੈਂਡ, ਮਿਜ਼ੋਰਮ, ਇੱਥੇ ਵੀ ਤਕਰੀਬਨ ਇਸੇ ਤਰੀਕੇ ਦੇ ਕਾਨੂੰਨ ਲੱਗੇ ਹੋਏ ਆ। ਉਹ ਤਾਂ ਵਿਦਰੋਹ ਕਰ ਰਹੇ, ਉਹ ਤਾਂ ਲੜ ਵੀ ਰਹੇ ਇਹਨਾਂ ਚੀਜ਼ਾਂ ਦੇ ਅਗੇਂਸਟ, ਸਰਕਾਰ ਨਾਲ ਬੈਠਦੇ ਵੀ ਆ ਗੱਲਬਾਤ ਤੇ ਫੇਰ ਲੜਦੇ ਆ। ਪਰ ਉੱਥੋਂ ਦਾ ਜਿਹੜਾ ਉੱਥੇ ਜਿੰਨੀ ਸਖਤੀ ਹੈਗੀ ਆ ਉਹ ਪੂਰੇ ਭਾਰਤ ਚ ਨਾ ਹੋਵੇ, ਅੱਗੇ ਨਾ ਹੋਵੇ, ਸਾਡੇ ਤੇ ਨਾ ਹੋਵੇ। ਸਾਨੂੰ ਉਸ ਗੱਲ ਨੂੰ ਪਹਿਲਾਂ ਹੀ ਨਜਿੱਠਣਾ ਚਾਹੀਦਾ, ਕਿਉਂਕਿ ਪੰਜਾਬ ਨੇ ਇੱਕ ਬਹੁਤ ਵੱਡਾ ਦੁਖਾਂਤ ਵੇਖਿਆ। ਅਸੀਂ ਵੇਖਿਆ ਕਿ ਕਿਵੇਂ ਸਾਡੀਆਂ ਹਿਊਮਨ ਰਾਈਟਸ ਦੀਆਂ ਘਾਣ ਹੋਇਆ, ਕਿਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਮਾਰਿਆ ਗਿਆ ਜਦੋਂ ਤੱਕ ਉਸ ਤਰੀਕੇ ਦੇ ਕਾਨੂੰਨ ਆਏ, ਜਿਵੇਂ ਟਾਡਾ ਵਰਗੇ ਲਾਜ਼ ਸੀਗੇ, ਜਾਂ ਉਦੋਂ ਵੀ ਪਹਿਲਾਂ ਜਿਹੜੇ ਜਿਸ ਤਰੀਕੇ ਨਾਲ ਆਪਣਾ ਇੱਥੇ ਪੰਜਾਬ ਦੇ ਵਿੱਚ ਪੁਲਿਸ ਨੇ ਤੇ ਸਿਕਿਉਰਿਟੀ ਫੋਰਸਿਸ ਨੇ ਰਲ ਕੇ ਸਾਡਾ ਘਾਣ ਕੀਤਾ। ਤਾਂ ਉਹ ਜਿਹੜਾ ਦੌਰ ਆਪਾਂ ਵੇਖਿਆ, ਉਹ ਦੌਰ ਦੁਬਾਰਾ ਨਾ ਰਿਪੀਟ ਹੋਵੇ, ਉਹੀ ਦੀ ਤਿਆਰੀ ਨਾ ਹੋ ਰਹੀ ਹੋਵੇ ਦੁਬਾਰਾ। ਤਾਂ ਇਸ ਕਰਕੇ ਇਹ ਹੈ ਕਿ ਸਾਨੂੰ ਪਹਿਲਾਂ ਹੀ ਇਸ ਗੱਲ ਤੇ ਸੁਚੇਤ ਹੋ ਕੇ ਤੇ ਇਸ ਵਾਰੀ ਇਹ ਗੱਲ ਦਾ ਧਿਆਨ ਰੱਖਣਾ ਪੈਣਾ ਕਿ ਵੀ ਇਹ ਗੱਲ ਪਿਛਲੀ ਵਾਰ ਤਾਂ ਜਦੋਂ ਪਹਿਲਾਂ ਉਹ ਦੌਰ ਸੀ ਤਾਂ ਉਦੋਂ ਤਾਂ ਉਹ ਸਿਰਫ ਸਿੱਖਾਂ ਦੀ ਇੱਕ ਲੜਾਈ ਰਹਿ ਗਈ ਸੀ। ਇਸ ਸਮੇਂ ਸਮਝਣਾ ਪੈਣਾ ਕਿ ਜੇ ਪੰਜਾਬ ਹੈਗਾ ਤਾਂ ਇਕੱਠਾ ਪੰਜਾਬੀਆਂ ਤੇ ਹਮਲਾ ਹੈ, ਇੱਕ ਤਰ੍ਹਾਂ ਦਾ ਪੰਜਾਬੀਆਂ ਦੇ ਹੱਕਾਂ ਤੇ ਹਮਲਾ ਹੈ। ਜੇ ਨਹਿਰੀ ਪਾਣੀ ਤੇ ਹਮਲਾ ਤਾਂ ਉਹ ਇਕੱਲੀ ਸਿੱਖਾਂ ਦੀ ਆਰਥਿਕਤਾ ਤੇ ਹਮਲਾ ਨਹੀਂਗਾ, ਉਹਦੇ ਨਾਲ ਹਿੰਦੂ ਵੀਰਾਂ ਦੇ ਆਰਥਿਕਤਾ ਵੀ ਓਨੀ ਹੀ ਨੁਕਸਾਨ ਚ ਜਾਂਦੀ ਹੈ, ਕਿਉਂਕਿ ਉਹਨਾਂ ਨੇ ਤਾਂ ਇਸੇ ਸਮਾਜ ਚ ਵਿਚਰਨਾ ਨਾ। ਇਸੇ ਤਰੀਕੇ ਨਾਲ ਜੇ BSF ਵਰਗੀ ਕੋਈ ਫੋਰਸ ਲੱਗਦੀ ਆ ਤੇ ਹਿਊਮਨ ਰਾਈਟਸ ਦਾ ਘਾਣ ਹੁੰਦਾ ਜਾਂ ਤਾਕਤ ਸੈਂਟਰ ਚ ਜਾਂਦੀ ਆ, ਤਾਂ ਉਹ ਪੰਜਾਬੀ ਹਿੰਦੂ ਵੀਰਾਂ ਵਾਸਤੇ, ਹਰ ਧਰਮ ਵਾਸਤੇ, ਮੈਂ ਹਿੰਦੂ, ਸਿੱਖ, ਈਸਾਈ ਜੋ ਵੀ ਪੰਜਾਬ ਦੇ ਵਿੱਚ ਵਸਦਾ ਹੈ, ਉਹਦੇ ਹਰੇਕ ਵਾਸਤੇ ਦਿੱਕਤ ਆ। ਕਿਉਂਕਿ ਇਹ ਪੋਲੀਟੀਕਲ ਕੰਪਲਸ਼ਨਸ ਜੋ ਲਗਾਈ ਜਾ ਰਹੀ ਆ, ਇਹਨੂੰ ਲੜ ਕੇ ਟੱਕਰਨ, ਇਹ ਨਾ ਹੋਵੇ ਕਿ ਵੰਡ ਹੋਵੇ ਇਹਦੇ ਚ ਪੰਜਾਬ ਦੀ। ਸਗੋਂ BJP ਨੂੰ ਵੀ ਆਪਾਂ ਨੂੰ ਇਹ ਸਮਝਾਉਣਾ ਜ਼ਰੂਰੀ ਹੈਗਾ ਕਿ ਵੀ ਤੁਸੀਂ ਇਸ ਗੱਲ ਨੂੰ ਸਮਝੋ ਕਿ ਵੀ ਇਹ ਆਪਣਾ ਇਹ ਗੱਲ ਨਹੀਂ, ਇਸ ਗੱਲ ਚ ਪੰਜਾਬ ਦਾ ਸਾਥ ਦਿਓ ਕਿ ਪੰਜਾਬ ਹਿਤੈਸ਼ੀ ਬਣੋ। ਅਜੇਪਾਲ ਸਿੰਘ ਜੀ, ਸਮਾਂ ਆਪਣਾ ਲਗਭਗ ਸਮਾਪਤੀ ਵੱਲ ਵੱਧ ਰਿਹਾ। ਆਖਰੀ ਇੱਕ ਮੈਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਨਾ ਚਾਹੁੰਦਾ ਕਿ ਸ਼੍ਰੀ ਨਰਿੰਦਰ ਮੋਦੀ ਹੋਣਾ ਨੇ ਕਦੀ ਨੈਸ਼ਨਲ ਜਿਹੜਾ ਕਾਊਂਟਰ ਟੈਰਰਿਜ਼ਮ ਸੈਂਟਰ ਸਥਾਪਨ ਕਰਨਾ ਸੀ, ਉਹਦਾ ਵੀ ਵਿਰੋਧ ਕੀਤਾ ਸੀ। ਕਦੀ ਰੇਲਵੇ ਸੁਰੱਖਿਆ ਬਲ, ਜਿਹਨੂੰ RPF ਕਹਿੰਦੇ ਆ, ਉਹਦੀ ਸਥਾਪਨਾ ਦਾ ਵੀ ਵਿਰੋਧ ਕੀਤਾ ਸੀ। ਤੇ ਪਰ ਜਦੋਂ ਆਪ ਫਿਰ ਤਾਕਤ ਵਿੱਚ ਆਉਂਦੇ ਆ ਤੇ NIA ਬਣਾ ਕੇ ਸਾਹਮਣੇ ਰੱਖ ਦਿੰਦੇ ਨੇ, ਜਿਹਦੇ ਕੋਲ ਪੂਰੇ ਅਧਿਕਾਰ ਨੇ ਵੀ ਉਹ ਕਿਸੇ ਵੀ ਸੂਬੇ ਵਿੱਚ ਜਾ ਕੇ ਜੋ ਮਰਜ਼ੀ ਕਾਰਵਾਈ ਕਰ ਸਕਦੇ, ਜਿਹਨੂੰ ਮਰਜ਼ੀ ਗ੍ਰਿਫਤਾਰ ਕਰ ਸਕਦੇ, ਫੜ ਸਕਦੇ ਆ, ਛਾਪੇਮਾਰੀ ਕਰ ਸਕਦੇ ਆ। ਤੇ ਇਹ ਕੇਂਦਰ ਦੇ ਵਿੱਚ ਕੋਈ ਵੀ ਜਿਹੜਾ ਕੇਂਦਰ ਦੀ ਕੁਰਸੀ ਤੇ ਬੈਠਦਾ ਹੈ, ਉਹਦਾ ਇੰਝ ਹੀ ਸੁਭਾਅ ਚੇਂਜ ਹੁੰਦਾ ਰਹੇਗਾ? ਵੇਖੋ ਜੀ, ਜਿਹੜੀਆਂ ਕੇਂਦਰ ਦੀਆਂ ਨੀਤੀਆਂ ਨਾ, ਉਹ ਇੱਕ ਤੁਹਾਡੀ ਜਿਹੜੀ ਓਵਰਆਲ ਪਾਲਿਸੀ ਆ, ਉਹ ਤਾਂ ਕੋਈ ਇੱਕ ਐਸਟੈਬਲਿਸ਼ਮੈਂਟ ਕਹਿ ਲਓ ਜਾਂ ਭਾਰਤ ਦੀ ਜਿਹੜੀ ਨੀਤੀ ਆ ਉਹ ਇੱਕੋ ਹੀ ਰਹਿੰਦੀ ਹੈਗੀ ਆ। 91-92 ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨੇ ਇੱਕੋ ਨੀਤੀ ਫੋਲੋ ਕੀਤੀ ਆ। ਜਿਹੜੇ ਕਾਨੂੰਨ ਆਏ ਆ, ਚਾਹੇ GST ਆਇਆ, ਇਹ ਸਾਰੀਆਂ ਚੀਜ਼ਾਂ ਦਾ ਵਿਰੋਧ BJP ਕਰਦੀ ਰਹੀ ਆ। ਇਸੇ ਦੇ ਉਲਟ ਬੋਲਦੀ ਰਹੀ ਆ। ਕੰਟਰੈਕਟ ਫਾਰਮਿੰਗ ਦੇ ਅਗੇਂਸਟ ਬੋਲਦੀ ਰਹੀ ਆ BJP। ਉਹਨਾਂ ਦਾ ਇੱਕ RSS ਦਾ ਇੱਕ ਵਿੰਗ ਹੈਗਾ ਜਿਹੜਾ ਖੇਤੀਬਾੜੀ ਵਾਲਾ, ਉਹ ਬਿਲਕੁਲ ਇਹਦੇ ਵਿਰੋਧ ਚ ਬੋਲਦਾ ਰਿਹਾ। ਉਹ ਇੱਥੇ ਤੱਕ ਹੀ ਨਹੀਂ ਕਿ ਜਿਹੜੇ ਛੋਟੇ ਦੁਕਾਨਦਾਰਾਂ ਦੇ ਉੱਤੇ ਜਿਹੜਾ ਅਟੈਕ ਆ ਰਿਟੇਲ ਫੰਕਸ਼ਨ ਦੇ ਉੱਤੇ, ਉਹ ਉਹਨਾਂ ਦੀ ਆਪਦੀ ਵੋਟ ਬੈਂਕ ਦੇ ਉੱਤੇ ਵੀ ਉਹ ਅਟੈਕ ਕਰਦੇ। ਸੋ ਜਿਹੜਾ ਵੀ ਸਰਕਾਰ ਸੱਤਾ ਚ ਆ ਜਾਂਦਾ ਜੀ, ਉਹ ਫਿਰ ਉਹੀ ਨੀਤੀਆਂ ਫੋਲੋ ਕਰਨ ਲੱਗ ਗਿਆ। ਤੇ ਐਤਕੀ ਵਾਰ ਤਾਂ ਹੋਰ ਵੀ ਕਮਾਲ ਹੋਈ 2014 ਤੋਂ ਹੁਣ ਤੱਕ ਕਿ ਵੀ ਜਿਹੜੇ ਨੀਤੀਆਂ ਮਨਮੋਹਨ ਸਿੰਘ ਬਹੁਤ ਹੌਲੀ ਪੁਸ਼ ਕਰ ਰਿਹਾ ਸੀ, ਮਤਲਬ ਸੌਫਟਲੀ ਕਹਿੰਦੇ ਆ ਪੁਸ਼ ਕਰ ਰਿਹਾ, ਤੇ ਇਹਨਾਂ ਨੇ ਤਾਂ ਉਹਨੂੰ ਬਹੁਤ ਹੀ ਜ਼ਬਰ ਤੇ ਜ਼ੁਲਮ ਨਾਲ ਪੁਸ਼ ਕੀਤਾ। ਚਾਹੇ GST ਲਗਾਉਣਾ ਸੀ, ਧੱਕੇ ਨਾਲ ਲਾਤਾ ਬਿਲਕੁਲ ਲੋਕਾਂ ਦੀ। ਫਿਰ ਹੋਰ ਰਾਸ਼ਟਰੀਕਰਨ ਆ, ਵੇਖੋ ਮੈਡੀਕਲ ਕਾਲਜ ਦੇ ਐਗਜ਼ਾਮ ਹੁੰਦੇ ਆ, ਉਹ ਇੱਕੋ ਟੈਸਟ ਕਰਤਾ। ਹੁਣ ਤਕਰੀਬਨ ਇਹ ਆਪਣਾ ਲਾਅ, ਜਿਹੜੇ ਲੇਬਰ ਲਾਅ ਸੀ, ਉਹ ਖਤਮ ਕਰਤੇ। 8 ਘੰਟੇ ਤੋਂ 14 ਘੰਟੇ ਤੱਕ ਤੁਸੀਂ ਕੰਮ ਕਰਵਾ ਸਕਦੇ, ਜਿਹੜੇ 50 ਸਾਲ ਚ ਲੜ ਕੇ ਲੋਕਾਂ ਨੇ ਆਪਦੇ ਹੱਕ ਲਏ ਸੀ। ਤੇ ਕਿਸਾਨ ਸੰਘਰਸ਼ ਤਾਂ ਆਪਣੇ ਸਾਹਮਣੇ ਹੀ ਆ। ਇਹ ਸਾਰੇ ਕਾਨੂੰਨ ਮਨਮੋਹਨ ਸਿੰਘ ਸਰਕਾਰ ਨੇ ਵੀ ਲਿਆਂਦੇ ਹੋਏ ਸੀਗੇ, ਨਿੱਕੇ ਛੋਟ ਤਰੀਕਿਆਂ ਨਾਲ ਐਸੈਂਸ਼ੀਅਲ ਕਮੋਡਿਟੀਜ਼ ਐਕਟ ਨੂੰ ਡਿਲੂਟ ਕੀਤਾ ਸੀ। ਪਰ ਮੋਦੀ ਦਾ ਜਿਹੜਾ ਕਹਿ ਲਓ ਜਾਂ ਇਹ ਸਰਕਾਰ ਦਾ ਜਿਹੜਾ
ਜਿਹੜਾ ਉਹਨੇ ਆਪਦਾ ਚਿਹਰਾ ਵਿਖਾਇਆ, ਉਹਨੇ ਕਿਹਾ ਕਿ ਵੀ ਜੋ ਵੀ ਕੰਮ ਉਹ ਹਲਕੇ 'ਚ ਕਰਦੇ ਸੀ ਜਾਂ ਸਲੋ ਕਰਦੇ ਸੀ ਜਾਂ ਹੌਲੀ ਕਰਦੇ ਸੀ, ਅਸੀਂ ਬਿਲਕੁਲ ਬਰੂਟਲ ਹੋ ਕੇ ਜਬਰ ਤੇ ਜ਼ੁਲਮ ਨਾਲ ਉਹ ਕੰਮ ਸਥਾਪਿਤ ਕਰਾਂਗੇ, ਕਿਉਂਕਿ ਉਹ ਵੀ ਕਾਰਪੋਰੇਟਾਂ ਦੇ ਹੱਕ 'ਚ ਹੀ ਖੇਡਦੇ ਸੀ। ਪਰ ਇਹ ਨੰਗੇ ਚਿੱਟੇ ਹੋ ਕੇ ਕੁਝ ਕਾਰਪੋਰੇਟਸ ਦੇ ਹੱਕ 'ਚ ਆ ਗਏ ਆ, ਜਿਹਨੂੰ ਨਵ ਉਦਾਰਵਾਦ ਦੀ ਨੀਤੀ ਕਹਿੰਦੇ, ਉਹਨੂੰ ਬਿਲਕੁਲ ਜ਼ੋਰ ਦੀ, ਜਿਸ ਤਰੀਕੇ ਨਾਲ ਥੈਚਰ ਨੇ ਕਿਸੇ ਸਮੇਂ ਲਗਾਈ ਸੀ ਇੰਗਲੈਂਡ ਦੇ ਵਿੱਚ, ਉਸ ਤਰੀਕੇ ਨਾਲ ਇਹ ਲਾਉਣ ਤੇ ਆ ਗਿਆ, ਉਦੋਂ ਵੀ ਜ਼ਾਲਮਾਨਾ ਢੰਗ ਨਾਲ। ਸੋ ਇਹ ਆਪਾਂ ਨੂੰ ਕੋਈ ਲੰਬਾ ਚੌੜਾ, ਆਮ ਆਦਮੀ ਨੂੰ ਕੋਈ ਫਰਕ ਨਹੀਂ ਪੈਂਦਾ, ਜਿਹੜੀ ਮਰਜ਼ੀ ਸਰਕਾਰ ਆ ਜਾਏ। ਕੱਲ ਉੱਥੇ ਆਮ ਆਦਮੀ ਪਾਰਟੀ ਦੀ ਵੀ ਕੇਂਦਰ ਸਰਕਾਰ ਆ ਜਾਏ, ਸਿਰਫ ਉਹਦੀ ਤਸੀਰ 'ਚ ਥੋੜਾ ਬਹੁਤ ਫਰਕ ਪਊ, ਤਾਪਮਾਨ 'ਚ ਫਰਕ ਪਊਗਾ ਜਾਂ ਤੇਜ਼ੀ 'ਚ ਫਰਕ ਪਊਗਾ, ਲੱਗਣੇ ਕਾਨੂੰਨ ਆਪਣੇ ਤੇ ਉਹੀ ਹੈਗੇ ਆ। ਇਹ ਤਾਂ ਲੋਕਾਂ ਨੂੰ ਇਕਮੁੱਠ ਹੋ ਕੇ ਕਿਸਾਨੀ ਸੰਘਰਸ਼ ਨੂੰ ਕੋਈ ਵੱਡਾ ਸੰਘਰਸ਼ ਵਿੱਢਣਾ ਪਊਗਾ, ਜਿਹਦੇ ਤੇ ਇਹ ਪਾਲਿਸੀ ਤੇ ਜਾਂ ਇਸ ਤਰੀਕੇ ਦੀ ਨੀਤੀ ਦੇ ਉੱਤੇ ਬਦਲਾਅ ਲਿਆਉਣ ਦਾ ਪਾਰਟੀਆਂ ਤੇ ਜ਼ੋਰ ਪਵੇ। ਉਹਨਾਂ ਨੂੰ ਪਤਾ ਲੱਗੇ ਕਿ ਜੇ ਇਹ ਜਿਹੀਆਂ ਨੀਤੀਆਂ ਅਸੀਂ ਲਿਆਉਂਦੇ ਰਵਾਂਗੇ, ਅਸੀਂ ਕੁਝ ਕਾਰਪੋਰੇਟਾਂ ਤੋਂ ਪੈਸੇ ਤਾਂ ਲੈ ਲਾਂਗੇ, ਪਰ ਅਸੀਂ ਜਿੱਤ ਨਹੀਂ ਸਕਦੇ, ਤਾਕਤ 'ਚ ਨਹੀਂ ਆ ਸਕਦੇ। ਫੇਰ ਹੀ ਇਹ ਗੱਲਾਂ ਤੇ ਰੁਕਾਵਟ ਆਊਗੀ। ਸਾਹ ਸਾਹਿਬ ਜੀ, ਆਖਰੀ ਮੇਰਾ ਸਵਾਲ ਹੈ ਕਿ ਪੰਜਾਬ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ, ਇਹਨਾਂ ਦੇ ਅੱਜ ਤੱਕ ਦੇ ਤੁਸੀਂ ਇਹ BSF ਵਾਲੇ ਕੇਸ ਦੇ ਸੰਦਰਭ 'ਚ ਸੰਘਰਸ਼ ਨੂੰ ਕਿਵੇਂ ਦੇਖਦੇ ਆ? ਕੋਈ ਇਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਜਾਂ ਕਰ ਰਿਹਾ, ਜਾਂ ਕੋਈ ਆਸ ਹੈ ਵੀ ਸੰਘਰਸ਼ ਕਰਨਗੇ? ਨਹੀਂ ਜੀ, ਇਹ ਤਾਂ ਮੈਨੂੰ ਜਿੰਨੀ ਕੁ ਸਮਝ ਆਈ ਆ ਇੱਕ ਆਲ ਪਾਰਟੀ ਮੀਟਿੰਗ ਤੋਂ ਬਾਅਦ, ਇਹ ਤਾਂ ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕਰਦੇ ਆ। ਅਕਾਲੀ ਦਲ ਲੋਕਾਂ ਨੂੰ ਹੋਰ ਡਰਾਉਣਾ ਚਾਹੁੰਦਾ ਹੈ ਕਿ ਜੀ ਇਹ ਤਾਂ UT ਬਣ ਜੂ ਤੇ ਵੀ ਕਿਵੇਂ ਨਾ ਕਿਵੇਂ ਅਸੀਂ ਵਲ ਕੇ ਆਪਦੇ ਆ ਲੈ ਆਈਏ। ਜਿਹੜੇ ਮੌਜੂਦਾ ਸਰਕਾਰ ਬੈਠੀ ਆ, ਉਹਨੇ ਸਿਰਫ ਇੱਕ ਲਿਪ ਸਰਵਿਸ ਕੀਤੀ ਹੈ, ਜਿਹਨੂੰ ਆਪਾਂ ਕਹਿੰਦੇ ਆ ਕਿ ਲੋਕਾਂ ਨੂੰ ਸੁਣਾਤਾ ਹੈ, ਕੋਈ ਠੋਸ ਕਦਮ ਵੱਲ ਨਹੀਂ ਗਾ ਮਤਲਬ ਚੱਕਿਆ। ਨਹੀਂ ਤਾਂ ਇੰਨੀ ਤਾਂ ਗੱਲ ਹੀ ਨਹੀਂ ਗੀ, ਇਹ ਤਾਂ ਜਾ ਕੇ ਪਹਿਲਾਂ ਕਹਿਣ ਹਾਂਜੀ, ਮੈਂ ਜਿਵੇਂ ਕਿਹਾ ਕਿ ਹਾਂਜੀ ਅਸੀਂ ਇਕੱਠੇ ਆ, ਅਸੀਂ ਇਸ ਨੀਤੀ ਦਾ ਵਿਰੋਧ ਕਰਦੇ ਹਾਂ, ਅਸੀਂ ਇਹਦੇ ਤੇ ਆਪਣਾ ਪ੍ਰੋਟੈਸਟ ਕਰਾਂਗੇ, ਜਾ ਕੇ ਮਿਲਣ ਉਹਨਾਂ ਨੂੰ, ਚਿੱਠੀਆਂ ਦੇਖਣ ਤੇ ਆਪਣਾ ਕੁਝ ਇੰਟੈਲੈਕਚੁਅਲਸ ਨੂੰ, ਕੁਝ ਹੋਰ ਲੋਕਾਂ ਨੂੰ ਲਿਜਾ ਕੇ ਉੱਥੇ ਮਿਲਣ, ਬਾਕੀ ਲੌਬਿੰਗ ਕਰਨ। ਜਦੋਂ ਇਹ ਬਿੱਲ ਰਾਜ ਸਭਾ ਦੇ ਵਿੱਚ ਆਵੇ ਤਾਂ ਇਹ ਫੇਲ ਹੋਵੇ। ਇਹ ਬਿੱਲ ਇਹ ਨਹੀਂ ਹੋਵੇ ਕਿ ਪਿਛਲੇ ਕਾਨੂੰਨਾਂ ਵਾਂਗੂ ਇਹ ਪਾਸ ਹੋ ਜੇ। 245 ਸੀਟਾਂ ਦਾ ਹੈਗਾ ਜੀ ਰਾਜ ਸਭਾ, 245 ਚੋਂ ਸਿਰਫ 97 ਸੀਟਾਂ BJP ਕੋਲੇ ਆ, ਬਾਕੀ ਚਲੋ ਹੋ ਸਕਦਾ ਕੁਛ 20, 30, 40, 50 ਸੀਟਾਂ ਉਹਨਾਂ ਦੇ ਸਾਥੀ ਦਲਾਂ ਕੋਲੇ ਹੋਣ, ਪਰ ਬਾਕੀ ਜਿਹੜੇ 100, 125 ਬੰਦਾ ਹੋਰ ਬਚਦਾ, ਉਹਨਾਂ 'ਚ ਲੌਬਿੰਗ ਕਰਨ, ਉਹਨਾਂ ਨੂੰ ਕਹਿਣ ਕਿ ਵੀ ਇਹਦੇ ਵਿਰੋਧ 'ਚ ਵੋਟ ਪਾਓ, ਘੱਟੋ ਘੱਟ ਕੋਈ ਰਿਜ਼ੈਂਟਮੈਂਟ ਤਾਂ ਸ਼ੋਅ ਕਰਨ। ਹੁਣ ਇੱਥੇ ਆਪਾਂ ਨੂੰ ਕੁਛ ਬੋਲ ਰਹੇ ਆ, ਇਹਨਾਂ ਦੀਆਂ ਹੀ ਪਾਰਟੀਆਂ ਤੁਸੀਂ ਵੇਖਿਓ ਜਦੋਂ ਰਾਜ ਸਭਾ 'ਚ ਆਊਗੀ ਜਾਂ ਕਿਤੇ ਆਊਗੀ ਹੈ, ਉਹ ਵੋਟ ਇਹਦੇ ਕਾਨੂੰਨ ਦੇ ਹੱਕ 'ਚ ਪਾਉਣਗੇ, ਚਾਹੇ ਕਾਂਗਰਸ ਆ, ਚਾਹੇ ਬਸਪਾ ਹੈਗੀ ਆ, ਚਾਹੇ ਆਮ ਆਦਮੀ ਪਾਰਟੀ ਆ। ਸੋ ਇਹ ਸਿਰਫ ਉਤੇ ਲਿਪ ਸਰਵਿਸ ਆ, ਜਿਹਨੂੰ ਆਪਾਂ ਕਹਿੰਦੇ ਆ ਵੀ ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜ ਰਹੇ ਆ, ਹੋਰ ਇਦੋਂ ਬਾਅਦ ਕੁਛ ਨਹੀਂ ਕਰ ਰਹੇ। ਅਜੇਪਾਲ ਸਿੰਘ ਜੀ, ਬਹੁਤ ਸੰਖੇਪ ਸਮੇਂ 'ਚ ਤੁਸੀਂ ਡੂੰਘੀ ਜਾਣਕਾਰੀ ਸਾਡੇ ਪੁਕਾਰ TV ਦੇ ਦਰਸ਼ਕਾਂ ਨਾਲ, ਸਰੋਤਿਆਂ ਨਾਲ ਸਾਂਝੀ ਕੀਤੀ ਹੈ। ਸੋ ਪੁਕਾਰ TV ਦੀ ਜਿਹੜੀ ਸਮੁੱਚੀ ਟੀਮ ਹੈ, ਜਿਹਦੇ ਵਿੱਚ ਬਹੁਤ ਸਾਰੇ ਸਮਾਜ ਚਿੰਤਕ ਲੋਕ ਨੇ, ਉਸ ਸਮੁੱਚੀ ਟੀਮ ਵੱਲੋਂ ਤੁਹਾਡੀ ਇਸ ਕੀਤੀ ਸਮੀਖਿਆ ਲਈ, ਵਿਸ਼ਲੇਸ਼ਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਤੇ ਆਸ ਕਰਦੇ ਹਾਂ ਕਿ ਸਮੇਂ-ਸਮੇਂ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜਿਹੜੀ ਸਮੀਖਿਆ ਸਾਂਝੀ ਕਰਦੇ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ